Good morning students. Today we will do next topic refund on appeal. Previous lecture ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ how to claim refund or how to file a return against refund. ਤਾਂ ਅੱਜ ਆਪਾਂ ਕਰਾਂਗੇ refund on appeal. As per section 240, in case when the refund becomes due as the result of any order passed in appeal or other proceeding under the act, the assessing officer shall accept as otherwise provided in this act refund the amount to the taxpayer without his saving or without having to make any claim. ਹੁਣ ਦੇਖੋ ਜਦੋਂ ਕੋਈ ਵੀ ਰੀਫੰਡ ਦੀ ਅਮਾਊਂਟ ਹੈ ਜਿਹੜੀ ਉਹ ਕੀ ਬਣ ਜਾਂਦੀ ਹੈ, ਡਿਊ ਬਣ ਜਾਂਦੀ ਹੈ। ਡਿਊ ਮੀਨਸ ਕੀ ਹੈ ਵੀ ਉਹਨੂੰ ਪੇ ਨਹੀਂ ਹੋਈ, ਲਾਈਕ 2-3 ਮੰਥਸ ਹੋ ਗਏ ਹੈ ਨਾ ਡਿਊ ਹੋਏ ਨੂੰ, ਅਪ ਟੂ ਡੇਟ ਜਿਹੜੇ ਉਸਨੂੰ ਮਿਲਣਾ ਸੀ ਰੀਫੰਡ ਬਟ ਨਹੀਂ ਮਿਲ ਰਿਹਾ ਹੈਗਾ। ਤਾਂ ਅਸੈਸਿੰਗ ਆਫਿਸਰ ਦੀ ਰਿਸਪੋਂਸੀਬਿਲਿਟੀ ਹੈ ਕਿ ਉਸਨੂੰ ਕੀ ਕਰਨਾ, ਫਰਦਰ ਪ੍ਰੋਸੀਜਰ ਦੇ ਅੰਡਰ ਲੈ ਕੇ ਆ ਕੇ ਉਸਨੂੰ ਰੀਫੰਡ ਕਰਨਾ ਅਮਾਊਂਟ। ਹਾਊਐਵਰ ਵੇਅਰ the assessment is set aside or cancelled and an order of fresh assessment is directed to made, the refund if any shall become due only on making of such fresh assessment. fresh assessment ਕੀ ਹੋ ਗਿਆ, ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਇਨ ਕੇਸ ਬੀਲੇਟਡ ਰਿਟਰਨ ਹੈ ਉੱਥੇ ਕੋਈ ਵੀ ਰੀਫੰਡ ਨਹੀਂ ਹੁੰਦਾ। ਤਾਂ ਫਰੈਸ਼ ਅਸੈਸਮੈਂਟ ਇਹਦਾ ਮਤਲਬ ਕੀ ਹੈ ਵੀ ਡਿਊ ਡੇਟ ਤੋਂ ਪਹਿਲਾਂ ਕਿਸੇ ਦਾ ਰੀਫੰਡ ਹੈ ਜਿਹੜਾ ਆਪਾਂ ਜਾਂ ਕਹਿ ਸਕਦੇ ਵੀ ਡਿਊ ਡੇਟ ਤੋਂ ਪਹਿਲਾਂ ਕਿਸੇ ਨੇ ਟੈਕਸ ਦੀ ਅਮਾਊਂਟ ਪੇ ਵੀ ਕੀਤੀ ਆ ਅਤੇ ਐਕਸੈਸ ਵੀ ਕੀਤੀ ਹੈ, ਤਾਂ ਕੀ ਆ ਉਹ ਉਸਨੂੰ ਅਸੈਸਮੈਂਟ ਦੇ ਅੰਡਰ ਕੀ ਮਿਲ ਜੂਗਾ, ਰੀਫੰਡ ਮਿਲ ਜੂਗਾ। ਨੈਕਸਟ ਕੀ ਹੈ, ਐਨ ਅਸੈਸਮੈਂਟ ਇਜ਼ ਐਨੂਅਲ ਦਾ ਰੀਫੰਡ ਸ਼ੈਲ ਬਿਕਮ ਡਿਊ ਓਨਲੀ ਆਫ ਦੀ ਅਮਾਊਂਟ ਆਫ ਟੈਕਸ ਪੇਡ ਇਨ ਐਕਸੈਸ। ਜੋ ਡਿਊ ਹੈ ਜਾਂ ਫਿਰ ਰੀਫੰਡ ਹੈ ਉਹ ਸਿਰਫ ਉਸ ਅਮਾਊਂਟ 'ਤੇ ਮਿਲਦਾ ਜੋ ਕੀ ਹੈ ਐਕਸੈਸ ਦੇ ਵਿੱਚ ਹੈ। ਦੇਖੋ ਜਿਵੇਂ ਕੋਈ ਵੀ ਇੱਕ ਟੈਕਸ ਪੇਅਰ ਸੀ, ਉਸਦਾ ਟੈਕਸ ਪਾਉਂਦਾ ਸੀ 1 ਲੱਖ ਰੁਪੀਜ਼ ਦਾ, ਜੇ ਉਸਨੇ 1 ਲੱਖ ਹੀ ਪੇ ਕੀਤੇ ਤਾਂ ਕੋਈ ਰੀਫੰਡ ਨਹੀਂ, ਬਟ ਇਨ ਕੇਸ ਉਹ 120,000 ਪੇ ਕਰ ਦਿੰਦਾ ਤਾਂ 20,000 ਕੀ ਨੇ ਉਸ 'ਤੇ ਐਕਸੈਸ ਨੇ, ਤਾਂ ਇਹਨਾਂ 20,000 ਦਾ ਉਸਨੂੰ ਕੀ ਮਿਲੇਗਾ, ਰੀਫੰਡ ਮਿਲੇਗਾ। ਨੈਕਸਟ ਕੀ ਹੈ, ਇੰਟਰਸਟ ਔਨ ਡਿਲੇ ਰੀਫੰਡ। ਡਿਲੇ ਕੀ ਹੁੰਦਾ ਵੀ ਲੇਟ ਕਰਨਾ ਕਿਸੇ ਕੰਮ ਨੂੰ ਹੈ ਨਾ। ਜੇ ਕੋਈ ਵੀ ਰੀਫੰਡ ਹੈ ਜੇ ਡਿਲੇ ਹੋ ਜਾਂਦਾ ਹੈ ਜਾਂ ਕੋਈ ਟੈਕਸ ਡਿਪਾਰਟਮੈਂਟ ਹੈ ਜਾਂ ਫਿਰ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਟੈਕਸ ਆਫਿਸਰ ਹੈ ਉਹ ਰੀਫੰਡ ਕਰਨ ਦੇ ਵਿੱਚ ਕੀ ਹੋ ਰਿਹਾ, ਡਿਲੇ ਕਰ ਰਿਹਾ, ਲਾਈਕ 2 ਮੰਥਸ 3 ਮੰਥਸ ਆਫਟਰ ਉਹ ਰੀਫੰਡ ਕਰ ਰਿਹਾ, ਤਾਂ ਕੀ ਹੈ ਮੈਨੀ ਟਾਈਮ ਦਾ ਟੈਕਸ ਪੇਅਰ ਡਜ਼ਨਟ ਗੈਟ ਦਾ ਰੀਫੰਡ ਇਨ ਡਿਊ ਟਾਈਮ। ਕਈ ਵਾਰ ਕੀ ਹੁੰਦਾ ਜਿਹੜਾ ਟੈਕਸ ਪੇਅਰ ਸੀਗਾ ਉਸਨੂੰ ਜਿਹੜੀ ਉਸਦੀ ਬਣਦੀ ਸੀ ਅਮਾਊਂਟ ਉਹ ਉਸ ਟਾਈਮ ਨਹੀਂ ਮਿਲਦੀ। ਟੈਕਸ ਡਿਪਾਰਟਮੈਂਟ ਵਾਲੇ ਕੀ ਕਰਦੇ ਨੇ, ਡਿਲੇ ਕਰੀ ਜਾਂਦੇ ਨੇ ਅੱਗੇ। ਇਨ ਸੱਚ ਆ ਕੇਸ ਹੀ ਇਜ਼ ਗਰਾਂਟਡ ਇੰਟਰਸਟ ਔਨ ਡਿਲੇ। ਆਪਾਂ ਨੂੰ ਪਤਾ ਵੀ ਦੇਖੋ ਤੁਸੀਂ 20,000 ਜ਼ਿਆਦਾ ਪੇ ਕਰੀ ਬੈਠੇ ਹੋ ਇਨਕਮ ਟੈਕਸ ਆਫਿਸਰ ਨੂੰ ਹੈ ਨਾ, ਤਾਂ ਤੁਹਾਡੀ ਕੀ ਹੈ ਕਿ ਤੁਹਾਡੀ ਇਹ ਆਪਾਂ ਕਹਿ ਸਕਦੇ ਵੀ ਰਾਈਟ ਹੈ ਨਾ, ਇਹਦੇ ਉੱਪਰ ਤੁਸੀਂ ਇੰਟਰਸਟ ਲਾਓਗੇ ਕਿਉਂਕਿ ਤੁਹਾਨੂੰ ਉਹ ਡਿਲੇ ਕਰ ਰਹੇ ਨੇ ਪੇਮੈਂਟ ਕਰਨ ਦੇ ਵਿੱਚ। ਫਸਟ ਪੁਆਇੰਟ ਕੀ ਹੈ, ਵੈਨ ਦਾ ਰੀਫੰਡ ਅਰਾਈਜ਼ਿੰਗ ਟੂ ਟੈਕਸ ਪੇਅਰ ਇਜ਼ ਆਊਟ ਆਫ ਐਨੀ ਟੈਕਸ ਡਿਡਕਟਡ ਔਰ ਕਲੈਕਟਡ ਐਟ ਸੋਰਸ ਔਰ ਟੈਕਸ ਪੇਡ ਬਾਈ ਵੇ ਆਫ ਐਡਵਾਂਸ ਟੈਕਸ, then the taxpayer shall be entitled to interest calculated at the rate of 1.5% for every month or part of a month। ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੁਸੀਂ ਕੀ ਕਰਦੇ ਹੋ, ਐਡਵਾਂਸ ਟੈਕਸ ਪੇ ਕਰ ਦਿੰਦੇ ਹੋ, ਠੀਕ ਹੈ। ਐਡਵਾਂਸ ਟੈਕਸ ਪੇ ਮਤਲਬ ਤੁਸੀਂ ਐਕਸੈਸ ਟੈਕਸ ਪੇ ਕਰ ਰਹੇ ਹੋ ਤਾਂ ਤੁਹਾਨੂੰ ਸਿਰਫ ਕਿੰਨਾ ਮਿਲਦਾ, 0.5% ਇੰਟਰਸਟ ਹੀ ਮਿਲਦਾ ਰੀਫੰਡ ਅਮਾਊਂਟ ਨਾਲ। ਬਟ ਜਦੋਂ ਤੁਸੀਂ ਲੇਟ ਕਰਦੇ ਹੋ ਤਾਂ ਤੁਹਾਡੇ 'ਤੇ ਕਿੰਨਾ ਚਾਰਜ ਹੁੰਦਾ, 1%। ਇੱਥੇ ਵੀ ਉਹੀ ਲਾਈਨ ਕਹੀ ਹੈ ਕਿ ਇਨ ਕੇਸ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਰੀਫੰਡ ਨਹੀਂ ਮਿਲ ਰਿਹਾ ਤਾਂ ਕਿਸ ਅਮਾਊਂਟ ਨਾਲ ਮਿਲੇਗਾ, ਵਿਦਿਨ 0.5% ਇੰਟਰਸਟ ਦੇ ਨਾਲ। However, no interest shall be payable if the amount of refund is less than 10% of the tax। ਜੇ ਤੁਹਾਡੇ ਜਿਹੜੀ ਰੀਫੰਡ ਦੀ ਅਮਾਊਂਟ ਹੈ ਉਹ 10% ਆਫ ਟੈਕਸ ਤੋਂ ਵੀ ਘੱਟ ਹੈ, 10% ਆਫ ਟੈਕਸ ਮੰਨ ਲਓ ਤੁਹਾਡੇ ਉੱਪਰ ਬਣਦਾ ਸੀ 1 ਲੱਖ ਰੁਪਏ ਟੈਕਸ ਦਾ, ਤਾਂ ਉਸਦੇ 10% ਕਿੰਨੇ ਹੋ ਗਏ, ਦੇਖੋ 1 ਲੱਖ ਦਾ 10% ਹੋ ਗਿਆ 10,000। ਬਟ ਤੁਹਾਡੀ ਜਿਹੜੀ ਰੀਫੰਡ ਅਮਾਊਂਟ ਹੈ ਸਪੋਜ਼ ਕਰੋ ਸਿਰਫ 5,000 ਬਣ ਰਹੀ, ਤਾਂ ਇਨ ਕੇਸ ਤੁਹਾਨੂੰ ਕੋਈ ਵੀ ਇੰਟਰਸਟ ਨਹੀਂ ਮਿਲਦਾ, ਜਸਟ ਕਿੰਨੇ ਰੁਪਏ ਮਿਲਣਗੇ, 5,000, ਕਿਉਂਕਿ ਤੁਹਾਡੀ ਰੀਫੰਡ ਦੀ ਅਮਾਊਂਟ ਹੈ ਜਿਹੜੀ ਤੁਹਾਡੀ ਟੋਟਲ ਅਮਾਊਂਟ ਦਾ 10% ਤੋਂ ਵੀ ਕੀ ਹੈ, ਘੱਟ ਹੈ। Next topic is no interest in certain cases. The taxpayer will not be entitled to any interest on refund if the proceeding resulting in the refund are delay for the reasons attributable to the taxpayer। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਰਿਟਰਨ ਹੀ ਬੀਲੇਟਡ ਫਾਈਲ ਕਰ ਰਹੇ ਹੋ, ਬੀਲੇਟਡ ਰਿਟਰਨ ਹੈ ਤੁਹਾਡੀ, ਫਿਰ ਤੁਸੀਂ ਐਕਸੈਸ ਅਮਾਊਂਟ ਪੇ ਕਰਦੇ ਹੋ, ਫਿਰ ਤੁਹਾਨੂੰ ਕੋਈ ਵੀ ਇੰਟਰਸਟ ਜਿਹੜਾ ਉਹ ਇਨਕਮ ਟੈਕਸ ਆਫਿਸਰ ਉਹ ਕਦੇ ਕੋਈ ਵੀ ਇੰਟਰਸਟ ਤੁਹਾਨੂੰ ਨਹੀਂ ਦੇਗਾ। ਇਨ ਸੱਚ ਅ ਕੇਸ ਦਾ ਪੀਰੀਅਡ ਆਫ ਡਿਲੇ ਸੋ ਐਟਰੀਬਿਊਟੇਬਲ ਟੂ ਹਿਮ ਸ਼ੈਲ ਬੀ ਐਕਸਕਲੂਡਡ ਫਰਮ ਦਾ ਪੀਰੀਅਡ ਫॉर ਵਿਚ ਇੰਟਰਸਟ ਇਜ਼ ਪੇਬਲ। ਦੈਨ ਨੈਕਸਟ ਟੋਪਿਕ ਇਜ਼ ਵੇਰੀਏਸ਼ਨ ਇਨ ਦਾ ਅਮਾਊਂਟ ਆਫ ਰੀਫੰਡ। ਕੀ ਚੇਂਜਸ ਜਿਹੜੇ ਉਹ ਅਮਾਊਂਟ ਆਫ ਰੀਫੰਡ ਦੇ ਵਿੱਚ ਆਉਂਦੇ ਰਹਿੰਦੇ ਨੇ। ਫਸਟ ਕਿ ਦੇਖੋ, ਇਨ ਕੇਸ ਵੈਨ ਦਾ ਇੰਟਰਸਟ ਇਜ਼ ਰਿਡਿਊਸਡ ਦਾ ਅਸੈਸਿੰਗ ਆਫਿਸਰ ਸ਼ੈਲ ਸਰਵ ਔਨ ਦਾ ਟੈਕਸ ਪੇਅਰ ਆ ਨੋਟਿਸ ਆਫ ਡਿਮਾਂਡ ਇਨ ਦਾ ਪ੍ਰਿਸਕ੍ਰਾਈਬਡ ਫਾਰਮ ਸਪੈਸੀਫਾਈਂਗ ਦਾ ਅਮਾਊਂਟ ਆਫ ਐਕਸੈਸ ਇੰਟਰਸਟ ਪੇਡ ਐਂਡ ਰਿਕੁਆਇਰ ਹਿਮ ਟੂ ਰੀਪੇ ਸੱਚ ਅਮਾਊਂਟ। ਇਨ ਕੇਸ ਕੀ ਹੋ ਜਾਂਦਾ, ਦੇਖੋ ਇੰਟਰਸਟ ਦੀ ਅਮਾਊਂਟ ਨੂੰ ਕੀ ਕਰ ਦਿੰਦਾ, ਰਿਡਿਊਸ ਕਰ ਦਿੰਦਾ, ਠੀਕ ਹੈ। ਤਾਂ ਕਿਸ ਦੀ ਰਿਸਪੋਂਸੀਬਿਲਿਟੀ ਹੈ, ਅਸੈਸਿੰਗ ਆਫਿਸਰ ਦੀ ਰਿਸਪੋਂਸੀਬਿਲਿਟੀ ਵੀ ਇੱਕੋ ਕੀ ਦੇਵੇ, ਨੋਟਿਸ ਦੇਵੇ ਟੈਕਸ ਪੇਅਰ ਨੂੰ, ਅਤੇ ਉਸ ਨੋਟਿਸ ਦੇ ਵਿੱਚ ਉਹ ਐਕਸੈਸ ਇੰਟਰਸਟ ਨੂੰ ਵੀ ਕੀ ਕਰੇ, ਸਪੈਸੀਫਾਈ ਕਰੇ ਵੀ ਮੈਂ ਇੰਨਾ ਇੰਟਰਸਟ ਨੂੰ ਕੀ ਕਰਤਾ ਜ਼ਿਆਦਾ ਪੇ ਕਰ ਰਿਹਾ ਇਸ ਵਾਰ।
ਨੈਕਸਟ ਕੀ ਹੈ, ਪਾਵਰਸ ਆਫ ਟੈਕਸ ਅਥੋਰਿਟੀਜ਼ ਟੂ ਸੈਟ ਅਪ ਦਾ ਰਿਫੰਡ। It may happen that refund may be due to taxpayer for some assessment year and there may be some tax demand remaining payable by the taxpayer. In such a case, it empowers the tax authorities to set off the refund due to taxpayer against the amount due from him। देखो मान लो कोई ਅਸੈਸੀ ਆ, ਉਸਦੀਆਂ ਦੋ ਇਨਕਮਸ ਨੇ, ਲਾਈਕ ਇੱਕ ਉਹ ਸੈਲਰੀ ਤੋਂ ਲੈ ਰਿਹਾ, ਇੱਕ ਅਦਰ ਸੋਰਸਿਸ ਤੋਂ ਲੈ ਰਿਹਾ, ਠੀਕ ਹੈ। ਤਾਂ ਸੈਲਰੀ ਦੇ ਵਿੱਚ ਤਾਂ ਦੇਖੋ ਕੀ ਹੈ, ਉਹਦਾ ਟੈਕਸ ਹੈ ਪੈਂਡਿੰਗ ਪੇ ਹੈ। ਅਦਰ ਸੋਰਸਿਸ ਦੇ ਵਿੱਚ ਉਸਨੇ ਐਕਸੈਸ ਪੇ ਕਰਤਾ, ਤਾਂ ਟੈਕਸ ਆਫਿਸਰ ਕੀ ਕਰ ਸਕਦਾ ਹੈ, ਜਿੱਥੇ ਉਸਨੇ ਪੇ ਨਹੀਂ ਕੀਤਾ ਅਤੇ ਜਿਹੜੇ ਹੈਡ ਦੇ ਵਿੱਚ ਉਹਨੇ ਐਕਸੈਸ ਪੇ ਕੀਤਾ ਉਹਨਾਂ ਨੂੰ ਆਪਸ ਦੇ ਵਿੱਚ ਕੀ ਕਰ ਸਕਦਾ ਹੈ, ਸੈਟ ਆਫ ਕਰ ਸਕਦਾ। ਇੱਕ ਪਾਵਰ ਹੈਗੀ ਹੈ ਟੈਕਸ ਅਥੋਰਿਟੀਜ਼ ਕੋਲ। ਸੋ ਇਹ ਆਪਣਾ ਟੋਪਿਕ ਸੀ ਰੀਫੰਡ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਪੈਨਲਟੀਜ਼ ਐਂਡ ਪ੍ਰੋਸੀਕਿਊਸ਼ਨਸ। ਥੈਂਕ ਯੂ।